ਜ਼ਿੰਮੇਵਾਰ ਸਨ, ਉਹਨਾਂ ਦੀ ਸਲਾਹ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਸੀ ਹੁੰਦਾ। ਬੇਬੇ ਨਾਨਕੀ ਨੇ ਆਖਿਆ ਜੇ ਪੀਰ ਆਇਆ ਹੈ ਉਹਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ, ਸਾਨੂੰ ਦਰਸ਼ਨ ਕਰਾ ਦੇਣੇ ਚਾਹੀਦੇ ਨੇ। ਜਿਸ ਗੱਲ ਦਾ ਡਰ ਹੈ, ਡਰ ਕਿਸ ਗੱਲ ਦਾ ਸੀ? ਕਿਉਂਕਿ ਪਿਰਥੀ ਚੰਦ ਦਾ ਪਰਿਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਪਿਰਥੀ ਚੰਦ ਨੇ ਈਰਖਾ ਸ਼ੁਰੂ ਕਰ ਦਿੱਤੀ ਸੀ। ਉਹਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ 3 ਵਾਰ ਜਾਨੋਂ ਮਾਰਨ ਦਾ ਯਤਨ ਕੀਤਾ ਸੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਵਾਈ ਸੀ ਬਾਬੇ ਬਕਾਲੇ। ਉਹਨਾਂ ਦੇ ਮਨ 'ਚ ਖਦਸ਼ਾ ਸੀ ਕਿ ਪਰਿਵਾਰ ਕਿਸੇ ਵਕਤ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਹਮਲਾ ਕਰ ਸਕਦਾ ਹੈ। ਫਿਰ ਪ੍ਰੋਗਰਾਮ ਬਣਿਆ, ਦੀਵਾਨ ਸਜੇਗਾ। ਭਰੇ ਹੋਏ ਦੀਵਾਨ ਵਿੱਚ ਸੰਗਤ ਦਰਸ਼ਨ ਕਰੇਗੀ ਬਾਲਾ ਪ੍ਰੀਤਮ ਦੇ, ਉੱਥੇ ਸਾਈਂ ਨੂੰ ਵੀ ਦਰਸ਼ਨ ਕਰਾਤੇ ਜਾਣਗੇ। ਪ੍ਰੋਗਰਾਮ ਲਿਖਿਆ ਗਿਆ, ਦੀਵਾਨ ਤਿਆਰ ਹੋ ਗਿਆ, ਸੰਗਤ ਆ ਕੇ ਬੈਠ ਗਈ। ਸਾਈਂ ਵੀ ਆਪਣੇ ਚੇਲਿਆਂ ਸਮੇਤ ਦੀਵਾਨ ਵਿੱਚ ਆਇਆ, ਪਰ ਸਾਈਂ ਦੇ ਆਉਣ ਦਾ ਤਰੀਕਾ ਕੁਝ ਅਲੱਗ ਸੀ। ਉਹਨੇ ਹੱਥ ਵਿੱਚ 2 ਕੁੱਜੀਆਂ ਲਈਆਂ, ਇੱਕ ਵਿੱਚ ਪਾਇਆ ਪਾਣੀ, ਦੂਜੇ ਵਿੱਚ ਪਾਇਆ ਦੁੱਧ। ਉਹ 2 ਕੁੱਜੀਆਂ 2 ਹੱਥਾਂ ਤੇ ਧਰ ਕੇ ਲਈ ਆਉਂਦਾ। ਇਹ ਕੀ ਸਵਾਲ ਹੈ? ਉਹ ਸੋਚਦਾ ਸੀ ਜੇ ਪਾਣੀ ਵਾਲੀ ਕੁੱਜੀ ਤੇ ਹੱਥ ਰੱਖੇਗਾ ਬਾਲਾ ਪ੍ਰੀਤਮ, ਇਹ ਸਮਝ ਲਿਆ ਜਾਏਗਾ ਕਿ ਹਿੰਦੂ ਧਰਮ ਦਾ ਹਮਾਇਤੀ ਏ। ਅਗਰ ਜੇ ਦੁੱਧ ਵਾਲੀ ਕੁੱਜੀ ਤੇ ਹੱਥ ਰੱਖ ਦਿੱਤਾ ਫਿਰ ਇਹ ਮੁਸਲਮਾਨਾਂ ਦਾ ਹਮਾਇਤੀ ਹੋਏਗਾ। ਇਹ ਗੁੱਜੀ ਰਮਜ ਪੀਰ ਲੈ ਕੇ ਗੁਰਦੇਵ ਸਤਿਗੁਰ ਦੇ ਦਰ ਤੇ ਆ ਗਿਆ। ਗੁਰਦੇਵ ਪਾਤਸ਼ਾਹ ਨੂੰ ਪਲਕਾਂ ਵਿੱਚ ਲਪੇਟ ਕੇ ਮਾਤਾ ਗੁਜਰ ਕੌਰ ਨੇ ਜਦੋਂ ਅੱਗੇ ਕੀਤਾ, ਬਾਲਾ ਪ੍ਰੀਤਮ ਨੇ ਦੋਵੇਂ ਹੱਥ ਕੱਢੇ ਤੇ 2 ਕੁੱਜੀਆਂ ਤੇ ਧਰ ਦਿੱਤੇ। ਪੀਰ ਦਾ ਸ਼ੰਕਾ ਨਿਵਰਤ ਹੋ ਗਿਆ। ਚੇਲਿਆਂ ਪੁੱਛਿਆ, ਪੀਰ ਜੀ ਇਹ ਰਮਜ ਦਾ ਸਾਨੂੰ ਨਹੀਂ ਪਤਾ ਲੱਗਾ, ਰਮਜ ਕੀ ਹੈ? ਉਹਨੇ ਕਿਹਾ ਸਾਂਝਾ ਰਹਿਬਰ ਹੈ ਸਾਰਿਆਂ ਦਾ, ਇਹ ਊਚ ਨੀਚ ਦੇ ਭਰਮ ਮਿਟਾ ਦੇਵੇਗਾ, ਇਹ ਸ਼ੰਕੇ ਦੂਰ ਕਰ ਦੇਵੇਗਾ, ਇਹ ਦੁਖਿਆਰਿਆਂ ਨੂੰ ਗਲ ਨਾਲ ਲਾਵੇਗਾ, ਇਹ ਗਰੀਬਾਂ ਦੇ ਹੱਥ ਵਿੱਚ ਤਲਵਾਰ ਦੇਵੇਗਾ, ਉਹਨਾਂ ਨੂੰ ਬਾਦਸ਼ਾਹ ਬਣਾ ਦੇਵੇਗਾ। ਸਾਈਂ ਆਪਣੇ ਦਿਲ ਦੀ ਮੁਰਾਦ ਪੂਰੀ ਕਰਕੇ ਚਲਾ ਗਿਆ। ਬਾਲਾ ਪ੍ਰੀਤਮ ਰਿੜਨਾ ਸਿੱਖਦੇ, ਤੁਰਨਾ ਸਿੱਖਦੇ ਨੇ ਛੋਟੇ ਛੋਟੇ ਹਾਣੀਆਂ ਨਾਲ। ਮਾਤਾ ਨਾਨਕੀ ਜੀ ਨੇ ਇਹਨਾਂ ਦਾ ਸਾਥ ਬਣਾ ਦਿੱਤਾ। ਛੋਟੇ ਛੋਟੇ ਬੱਚੇ ਖੇਡਦੇ ਨੇ, ਬੜੇ ਪਿਆਰੇ ਲੱਗਦੇ ਨੇ। ਕਦੇ ਬੇਬੇ ਨਾਨਕੀ ਇਹਨਾਂ ਨੂੰ ਤੀਰ ਕਮਾਨ ਬਣਾ ਕੇ ਦਿੰਦੀ ਹੈ, ਕਦੇ ਗਲੇਲਣਾ ਬਣਾ ਕੇ ਦਿੰਦੀ ਹੈ। ਮੇਰੇ ਕਲਗੀ ਵਾਲੇ ਪ੍ਰੀਤਮ ਦੇ ਬਚਪਨ ਦੇ ਚੋਜ ਸ਼ਾਹੀ ਫੌਜੀਆਂ ਵਰਗੇ ਸਨ। ਮੇਰੇ ਸਤਿਗੁਰੂ ਗੰਗਾ ਦੇ ਕਿਨਾਰੇ ਚਲੇ ਜਾਂਦੇ ਨੇ, ਉੱਥੇ ਜਾ ਕੇ ਉਹ ਆਪਣੇ ਹਾਣੀਆਂ ਨਾਲ ਖੇਡਦੇ ਨੇ। ਸਾਧ ਸੰਗਤ, ਦਿਲਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਆਓ ਮੈਂ ਆਪ ਜੀ ਦਾ ਧਿਆਨ ਲੈ ਕੇ ਚੱਲਾਂ। ਇੱਕ ਸ਼ਿਵਦੱਤ ਪੰਡਤ ਹੋਇਆ। ਉਹ ਪੰਡਤ ਨੇ ਦਿਲ ਵਿੱਚ ਧਾਰ ਲਿਆ ਕਿ ਮੈਨੂੰ ਜੇ ਰਾਮ ਦੇ ਰੂਪ ਵਿੱਚ ਦਰਸ਼ਨ ਹੋਣ ਮੈਂ ਤਾਂ ਮੰਨਾਂ। ਮੇਰੇ ਸਤਿਗੁਰੂ ਇੱਕ ਦਿਨ ਉਹਦੇ ਕੋਲ ਵੀ ਚਲੇ ਗਏ। ਜਦੋਂ ਜਾ ਕੇ ਦਰਸ਼ਨ ਦਿੱਤੇ, ਉਹਨੂੰ ਅਨੁਭਵ ਹੋਇਆ ਕਿ ਮੇਰੇ ਸਾਹਮਣੇ ਭਗਵਾਨ ਰਾਮ ਜੀ ਖੜੇ ਨੇ। ਉਹਨੇ ਚਰਨ ਪਕੜ ਲਏ। ਬਸ ਫੇਰ ਕੀ ਸੀ, ਦੁਨੀਆ ਦੇ ਲੋਕਾਂ 'ਚ ਚਰਚਾ ਹੋ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਜਨਮਿਆ ਬਾਲ ਬੜਾ ਕਰਾਮਾਤੀ ਹੈ। ਦੁਨੀਆ ਦੇ ਵੱਡੇ ਵੱਡੇ ਰਹਿਬਰ ਉਹਨੂੰ ਝੁਕਦੇ ਨੇ, ਵੱਡੇ ਵੱਡੇ ਪੰਡਤ ਉਹਨੂੰ ਸਿਜਦੇ ਕਰਦੇ ਨੇ। ਆਓ ਸਾਧ ਸੰਗਤ ਜੀਓ, ਗੁਰਦੇਵ ਸਤਿਗੁਰ ਦੀ ਉਪਮਾ ਹੋ ਰਹੀ ਹੈ। ਉੱਥੋਂ ਦਾ ਰਾਜਾ ਫਤਿਹ ਚੰਦ ਮੈਣੀ, ਉਹਨੂੰ ਪਤਾ ਲੱਗਾ, ਆਇਆ ਪੰਡਤ ਦੇ ਕੋਲ, ਕਹਿਣ ਲੱਗਾ, ਪੰਡਤ ਜੀ ਮੈਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨੇ ਚਾਹੁੰਦਾ, ਤੁਹਾਨੂੰ ਨਾਲ ਲੈ ਕੇ ਜਾਣਾ ਚਾਹੁੰਦਾ। ਮੇਰੀ ਰਾਣੀ ਜਿੱਦ ਕਰਦੀ ਏ, ਉਹਦੇ ਘਰ ਕੋਈ, ਉਹਦੀ ਗੋਦੀ ਵਿੱਚ ਕੋਈ ਲਾਲ ਨਹੀਂ ਹੈ। ਉਹ ਫਰਿਆਦ ਕਰਦੀ ਏ ਕਿ ਬਾਲਾ ਪ੍ਰੀਤਮ ਅੱਗੇ ਅਰਦਾਸ ਕਰੀਏ ਕਿ ਉਹਦੀ ਗੋਦੀ ਵਿੱਚ ਲਾਲ ਖੇਡੇ। ਪੰਡਤ ਨੇ ਆਖਿਆ ਇੱਦਾਂ ਨਹੀਂ, ਇਹ ਤੇ ਕੰਮ ਰਾਣੀ ਨੂੰ ਆਪ ਕਰਨਾ ਪਏਗਾ। ਰਾਣੀ ਨੂੰ ਉਹਨੂੰ ਚੇਤੇ ਕਰਨਾ ਪਏਗਾ, ਰਾਣੀ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੁੜਨਾ ਪਵੇਗਾ। ਮਾਂ ਪੁੱਤ ਵਾਸਤੇ ਕੀ ਕੁਝ ਨਹੀਂ ਕਰਦੀ। ਸਾਧ ਸੰਗਤ, ਦੁਨੀਆ ਵਾਲੇ ਬੈਠੇ ਹਾਂ, ਜਿਸ ਮਾਂ ਦੀ ਗੋਦੀ ਵਿੱਚ ਲਾਲ ਨਾ ਹੋਵੇ ਉਹ ਮਾਂ ਦਾ ਕੀ ਹਾਲ ਹੈ ਇਹ ਉਹ ਜਾਣਦੀ ਹੈ। ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹੀ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਨਾ ਹੋਵੇ। ਜਿਸ ਮਾਂ ਦੇ ਕੋਲ ਲਾਲ ਨਾ ਹੋਵੇ
ਉਹ ਮਾਂ ਦਾ ਕੀ ਹਾਲ ਹੈ ਉਹ ਮਾਂ ਜਾਣਦੀ ਏ। आओ जी फतेह चंद मैनी दी राणी पढ़दी सुन के गल गई अपने घर। उन्हें मन बना लिया कि जिन्ना चिर तक बाला प्रीतम मेरी गोदी विच ना बैठे उन्ना चिर तक मैं सिमरन करनों नहीं हटना, मैं उहदी याद विच जुड़ के रहांगी। उन्हें भावना बना लई, भावना बना के अमृत वेले उठदी है, घूणियां दा करदी है प्रशाद तैयार, कदे पूड़ियां ते छोले बना के तैयार करदी है ते बिरती जोड़ के वो कर दी है बाला प्रीतम नूं याद। अज मेहरां दे घर विच आए मेरे बाला प्रीतम, मेरे चोजी प्रीतम अपने हाणियां नूं कहण लगे कि चलो आपां अज उधर जाना है। राणी कर दी अरदासां, राणी दीआं अरदासां पूरीआं करनियां। आओ जी राणी ने की अरदास कीती, ढाडी जत्था इन्हां लफ्ज़ां आयों कह रहा। सारे ही लाड लडावा इक्को ही चीज हुंदी ए हर मां दी रीज हुंदी ए गोदी विच बाल खडावा सारे ही लाड लडावा नित मैं अरदासा करदी नित मैं अरदासा करदी जन्म सवार जा बह के मेरी गोदी दे विच मां कह एक बार जा बह के मेरी गोदी दे विच मां कह एक बार जा बह के मेरी गोदी दे विच मेरे घर बाल नहीं होया
ਨੂੰ ਮੇਰੇ ਬਾਲਾ ਪ੍ਰੀਤਮ ਬੁੱਝ ਕੇ ਦਿਲਾਂ ਦੀਆਂ ਰਾਣੀ ਦੀ ਭਾਵਨਾ ਪੂਰੀ ਕਰਨ ਵਾਸਤੇ ਗੁਰਦੇਵ ਸਤਿਗੁਰੂ ਆਪਣੇ ਹਾਣੀਆਂ ਨੂੰ ਨਾਲ ਲੈ ਕੇ ਰਾਜੇ ਦੇ ਮਹਿਲਾਂ ਵਿੱਚ ਆ ਗਏ। ਬੈਠੀ ਸੀ ਰਾਣੀ ਚੌਂਕੜੀ ਮਾਰ ਕੇ। ਮੇਰੇ ਸਤਿਗੁਰੂ ਬਾਲ ਗੋਬਿੰਦ ਰਾਏ ਗੋਦੀ ਵਿੱਚ ਬਾਹ ਕੇ ਕਹਿਣ ਲੱਗੇ, ਮਾਂ ਭੁੱਖ ਬੜੀ ਲੱਗੀ ਹੈ, ਕੁਝ ਖਾਣ ਨੂੰ ਲਿਆ। ਬਸ ਇੰਨੀ ਗੱਲ ਸੁਣਨ ਦੀ ਦੇਰ ਸੀ, ਮਾਂ ਲਫ਼ਜ਼ ਕੰਨਾਂ ਵਿੱਚ ਪੈ ਗਿਆ, ਗਦਗਦ ਹੋ ਗਈ। ਉਹਦੇ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਗਈਆਂ, ਉਹਦੇ ਮਨ ਦੀਆਂ ਰੀਝਾਂ ਪੂਰੀਆਂ ਹੋ ਗਈਆਂ। ਹੁਕਮ ਕੀਤਾ ਗੋਲੀਆਂ ਨੂੰ ਕਿ ਜਲਦੀ ਤੋਂ ਜਲਦੀ ਭੋਜਨ ਤਿਆਰ ਕਰੋ। ਗੁਰਦੇਵ ਸਤਿਗੁਰੂ ਕਹਿਣ ਲੱਗੇ, ਨਹੀਂ ਮਾਂ, ਭੋਜਨ ਤਿਆਰ ਨਹੀਂ ਕਰਨਾ, ਜਿਹੜਾ ਆਪਣੇ ਹੱਥੀਂ ਤਿਆਰ ਕੀਤਾ ਉਹ ਛਕਾ। ਉਹਨੇ ਘੁੰਗਣੀਆਂ ਦਾ ਪ੍ਰਸ਼ਾਦ ਬਣਾ ਕੇ ਜਿਹੜਾ ਰੱਖਿਆ ਸੀ ਉਹ ਲਿਆ ਕੇ ਛਕਾਇਆ। ਬੱਚਿਆਂ ਨੇ ਛਕਿਆ, ਬਾਲ ਗੋਬਿੰਦ ਰਾਏ ਨੇ ਛਕਿਆ। ਮਾਂ ਦੇ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਗਈਆਂ, ਉਹਦੇ ਮਨ ਦੀ ਭੁੱਖ ਪੂਰੀ ਹੋ ਗਈ। ਗੁਰੂ ਨਾਨਕ ਦਾ ਘਰ ਇਹ ਲੋੜਾਂ ਪੂਰੀਆਂ ਕਰ ਦਿੰਦਾ, ਅਰਦਾਸਾਂ ਪੂਰੀਆਂ ਕਰ ਦਿੰਦਾ। ਜਿੰਨੇ ਵੀ ਭਾਵਨਾ ਕਰਕੇ ਅਰਦਾਸ ਕੀਤੀ ਉਹਦੀ ਅਰਦਾਸ ਕਦੇ ਬਿਰਥਾ ਨਹੀਂ ਗਈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਬਿਰਥਾ ਕਦੇ ਨਾ ਹੋਵਈ ਜਨ ਕੀ ਅਰਦਾਸ। ਜਿਹੜਾ ਜਨ ਬਣ ਕੇ ਅਰਦਾਸ ਕਰਦਾ ਹੈ ਉਹਦੀ ਅਰਦਾਸ ਅਵਸ਼ ਪੂਰੀ ਹੋ ਜਾਂਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਇਹੋ ਜਿਹੇ ਇਤਿਹਾਸ ਵਿੱਚ ਸਾਨੂੰ ਬਹੁਤ ਪੱਤਰੇ ਮਿਲਣਗੇ। ਇੱਕ ਮਾਂ ਅੰਮ੍ਰਿਤਸਰ ਦੇ ਲਾਗੇ ਹੈ ਪਿੰਡ ਚੱਬਾ, ਚੱਬੇ ਦੀ ਮਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਈ। ਸਤਿਗੁਰੂ ਪਾਤਸ਼ਾਹ ਬੈਠੇ ਸਨ, ਸੰਗਤਾਂ ਆ ਰਹੀਆਂ ਸਨ, ਮੱਥੇ ਟੇਕ ਰਹੀਆਂ ਸਨ, ਚੜਾਵੇ ਚੜ੍ਹ ਰਹੇ ਸਨ। ਇਹ ਮਾਂ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਮੇਰੀ ਗੋਦੀ ਨੂੰ ਭਾਗ ਲਾ ਦਿਓ, ਇੱਕ ਲਾਲ ਬਖਸ਼ ਦਿਓ। ਮਹਾਰਾਜ ਨੇ ਸਹਿ ਸੁਭਾ ਕਹਿਤਾ ਕਿ ਮਾਈ ਤੇਰੇ ਭਾਗਾਂ 'ਚ ਲਿਖਣ ਵਾਲੇ ਲਿਖਿਆ ਨਹੀਂ। ਮਾਂ ਨਿਰਾਸ਼ ਹੋ ਗਈ। ਮਾਂ ਦੀਆਂ ਅੱਖਾਂ 'ਚੋਂ ਪ੍ਰੇਮ ਦੇ ਅਥਰੂ ਕਿਰ ਗਏ। ਤੁਰੀ ਜਾਵੇ, ਅੱਗੇ ਗੁਰਸਿੱਖ ਮਿਲਿਆ। ਗੁਰਸਿੱਖ ਵੀ ਪਰਪਕਾਰੀ ਨੇ ਗੁਰੂ ਦੇ। ਪੁੱਛਿਆ, ਮਾਂ ਇਹ ਘਰ ਤੇ ਲੋਕ ਰੋਂਦੇ ਆਉਂਦੇ ਨੇ, ਹੱਸਦੇ ਤੁਰੇ ਜਾਂਦੇ ਨੇ, ਤੇ ਤੂੰ ਰੋਂਦੀ ਕਿਉਂ ਜਾਂਦੀ ਹੈ? ਉਹਨੇ ਆਖਿਆ, ਗੁਰੂ ਸਾਹਿਬ ਤੋਂ ਪੁੱਤਰ ਮੰਗਿਆ ਸੀ, ਗੁਰੂ ਸਾਹਿਬ ਕਹਿੰਦੇ ਤੇਰੇ ਭਾਗਾਂ 'ਚ ਨਹੀਂ। ਤੇ ਗੁਰਸਿੱਖ ਨੇ ਆਖਿਆ, ਫਿਰ ਕਿਹੜੀ ਗੱਲ ਹੈ? ਗੁਰੂ ਲਿਖ ਦੇਗਾ, ਤੂੰ ਕਾਗਜ਼ ਕਲਮ ਦਵਾਤ ਲੈ ਕੇ ਆਈ। ਉਹ ਚੱਬੇ ਦੀ ਮਾਈ ਗਈ ਘਰ, ਉਹਨੇ ਘੜੀ ਕਲਮ ਦਵਾਤ ਵਿੱਚ ਘੋਲੀ, ਸ਼ਾਹੀ ਕੋਰਾ ਕਾਗਜ਼ ਲਿਆ। ਅਗਲੇ ਦਿਨ ਫੇਰ ਆ ਗਈ। ਗੁਰਦੇਵ ਪਾਤਸ਼ਾਹ ਕਿਤੇ ਚੱਲੇ ਸਨ ਕਾਲੀ ਵਿੱਚ। ਮਾਈ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਇੱਕ ਪੁੱਤਰ ਦੀ ਲੋੜ ਹੈ, ਮੇਰੀ ਝੋਲੀ 'ਚ ਪਾ ਦਿਓ। ਸਤਿਗੁਰੂ ਕਹਿਣ ਲੱਗੇ, ਮਾਈ ਤੇਰੇ ਭਾਗਾਂ 'ਚ ਲਿਖਣ ਵਾਲੇ ਲਿਖਿਆ ਨਹੀਂ, ਅਸਾਂ ਕੱਲ ਦੱਸਿਆ। ਉਸੇ ਵੇਲੇ ਕੱਢ ਕੇ ਕਲਮ ਦਵਾਤ ਕਾਗਜ਼ ਅੱਗੇ ਕਰਕੇ ਕਹਿਣ ਲੱਗੀ, ਮਹਾਰਾਜ ਜੇ ਉਦੋਂ ਲਿਖਣਾ ਭੁੱਲ ਗਏ ਹੁਣ ਲਿਖ ਦਿਓ। ਤੇ ਸਤਿਗੁਰੂ ਕਹਿਣ ਲੱਗੇ, ਦੱਸ ਮਾਈ ਫਿਰ ਕਿੰਨੇ ਲਿਖ ਦਈਏ? ਮਾਈ ਫਿਰ ਕੰਮ ਗਿਣਨ ਲੱਗ ਪਈ। 2 ਹਲ ਵਾਹੁਣਗੇ, 2 ਖੂਹਾ ਗੇੜਿਆ ਕਰਨਗੇ, ਇੱਕ ਪੱਠੇ ਲਿਆਇਆ ਕਰੇਗਾ, ਇੱਕ ਸ਼ਹਿਰ ਜਾਇਆ ਕਰੇਗਾ। ਗਿਣਦੀ ਗਿਣਦੀ ਮਾਈ 7 ਤੇ ਪਹੁੰਚ ਗਈ। ਤੇ ਮੇਰੇ ਸਤਿਗੁਰਾਂ ਨੇ ਚੱਬੇ ਦੀ ਮਾਈ ਨੂੰ 7 ਪੁੱਤਰ ਬਖਸ਼ਿਸ਼ ਕੀਤੇ। ਆਓ ਸਾਧ ਸੰਗਤ ਜੀਓ, ਇਹ ਮਾਈ ਦੀਆਂ ਅਰਦਾਸਾਂ ਪੂਰੀਆਂ ਹੋਈਆਂ। ਸਤਿਗੁਰੂ ਗੰਗਾ ਦੇ ਕੰਢੇ ਖੇਡਦੇ ਨੇ, ਬੱਚੇ ਸ਼ਰਾਰਤਾਂ ਕਰਦੇ, ਢੀਮਾਂ ਮਾਰਦੇ ਗੰਗਾ ਦੇ ਪਾਣੀ ਵਿੱਚ। ਕੋਈ ਕਹਿੰਦਾ ਮੇਰੀ ਢੀਮ ਦੂਰ ਜਾਂਦੀ, ਦੂਜਾ ਕਹਿੰਦਾ ਮੇਰੀ ਦੂਰ ਜਾਂਦੀ। ਮੇਰੇ ਸਤਿਗੁਰਾਂ ਆਪਣੇ ਹੱਥ ਦਾ ਸੋਨੇ ਦਾ ਕੰਗਣ ਲਾ ਕੇ ਪਾਣੀ ਵਿੱਚ ਸੁੱਟ ਦਿੱਤਾ। ਬੱਚਿਆਂ ਨੇ ਆਖਿਆ ਅੱਜ ਡਾਂਟ ਪਏਗੀ, ਅੱਜ ਮਾਤਾ ਜੀ ਗੁੱਸੇ ਹੋਣਗੇ। ਜਦੋਂ ਮਾਤਾ ਜੀ ਨੂੰ ਪਤਾ ਲੱਗਾ ਸੋਨੇ ਦਾ ਕੰਗਣ ਗਵਾਚ ਗਿਆ, ਮਾਤਾ ਜੀ ਨੇ ਬੜੇ ਪਿਆਰ ਨਾਲ ਗਲਵਕੜੀ ਵਿੱਚ ਲੈ ਕੇ ਆਖਿਆ, ਲਾਲ ਜੀ ਕੰਗਣ ਕਿੱਥੇ ਕੁ ਸੁੱਟਿਆ, ਚਲੋ ਆਪਾਂ ਕਢਾ ਕੇ ਲੈ ਕੇ ਆਈਏ। ਬਾਲ ਗੋਬਿੰਦ ਰਾਏ ਗਏ ਨਾਲ। ਮਾਤਾ ਜੀ ਪੁੱਛਦੇ ਨੇ ਕੰਗਣ ਕਿੱਥੇ ਹੈ? ਤੇ ਮੇਰੇ ਸਤਿਗੁਰੂ ਕਲਗੀ ਵਾਲੇ ਦੂਸਰੇ ਹੱਥ ਦਾ ਕੰਗਣ ਲਾ ਕੇ ਵਗਾ ਕੇ ਨਦੀ ਵਿੱਚ ਮਾਰ ਕੇ ਕਹਿੰਦੇ, ਮਾਤਾ ਉਹ ਵੀ ਇੱਥੇ ਕੀ ਡਿੱਗਾ ਸੀ। ਦੋਵੇਂ ਕੰਗਣ ਗਵਾਚ ਗਏ ਸੋਨੇ ਦੇ। ਤੇ ਮਾਤਾ ਪੁੱਛਦੀ, ਲਾਲ ਤੂੰ ਇਹ ਸੋਨੇ ਦੇ ਕੜੇ ਕਿਉਂ ਗਵਾਏ ਨੇ, ਕੰਗਣ ਕਿਉਂ ਗਵਾਏ ਨੇ? ਗੁਰੂ ਸਾਹਿਬ ਜਵਾਬ ਦਿੰਦੇ ਨੇ, ਇਹ ਸੋਨੇ ਦੇ ਕੰਗਣ ਨਹੀਂ ਪਾਉਣੇ, ਮੈਂ ਕੜਾ ਉਹ ਪਾਉਣਾ ਜਿਹੜਾ ਹਰ ਗਰੀਬ ਸਿੱਖ ਵੀ ਪਾ ਸਕੇ। ਮਾਤਾ ਦੇ ਤੇ ਗੁਰੂ ਗੋਬਿੰਦ ਸਿੰਘ ਦੇ ਸਵਾਲ ਤੇ ਜਵਾਬ, ਪ੍ਰਸ਼ਨ ਦੇ ਉੱਤਰ ਢਾਡੀ ਜਥਾ ਇਉਂ ਕਰ ਰਿਹਾ।
ਮਟਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਗੰਗਾ ਦੇ ਕਿਨਾਰੇ ਕੜਾ ਸੁੱਟਿਆ ਨਦੀ ਦੇ ਵਿੱਚ ਲੱਗੀ ਮਾਂ ਲੈਣ ਸਫਾਈ ਗੰਗਾ ਦੇ ਕਿਨਾਰੇ ਕੜਾ ਸੁੱਟਿਆ ਨਦੀ ਦੇ ਵਿੱਚ ਲੱਗੀ ਮਾਂ ਲੈਣ ਸਫਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਹੱਸ ਕੇ ਗੋਬਿੰਦ ਬੋਲੇ ਸੁਣ ਮਾਏ ਮੇਰੀਏ ਊਚ ਨੀਚ ਭੇਦ ਨੇ ਮਟਾਉਣੇ ਹੱਸ ਕੇ ਗੋਬਿੰਦ ਬੋਲੇ ਸੁਣ ਮਾਏ ਮੇਰੀਏ ਊਚ ਨੀਚ ਭੇਦ ਨੇ ਮਟਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਲੋਕਾਂ ਦੀਆਂ ਬੱਚਿਆਂ ਦੇ ਹੁੰਦੇ ਆ ਪ੍ਰੀਤ ਗਹਿਣੇ ਰੱਖਦੇ ਗਲੇ ਦੇ ਨਾਲ ਲਾਈ ਲੋਕਾਂ ਦੀਆਂ ਬੱਚਿਆਂ ਦੇ ਲੋਕਾਂ ਦੇ ਬੱਚਿਆਂ ਦੇ ਹੁੰਦੇ ਆ ਪ੍ਰੀਤ ਗਹਿਣੇ ਰੱਖਦੇ ਗਲੇ ਦੇ ਨਾਲ ਲਾਈ ਲੋਕਾਂ ਦੇ ਬੱਚਿਆਂ ਦੇ ਹੁੰਦੇ ਆ ਪ੍ਰੀਤ ਗਹਿਣੇ ਰੱਖਦੇ ਗਲੇ ਦੇ ਨਾਲ ਲਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਟੁੱਟ ਜੇ ਗਵਾਚ ਜੇ ਤੇ ਮਨ ਚ ਨਿਰਾਸ਼ਾ ਅੱਜ ਲੋਚਦਾ ਨੀ ਇਹੋ ਜੇ ਖਡਾਉਣੇ ਟੁੱਟ ਜੇ ਗਵਾਚ ਜੇ ਤੇ ਮਨ ਚ ਨਿਰਾਸ਼ਾ ਅੱਜ ਲੋਚਦਾ ਨੀ ਇਹੋ ਜੇ ਖਡਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਸੋਨੇ ਦੀਆਂ ਗਹਿਣਿਆਂ ਦਾ ਤਨ ਤੇ ਸ਼ਿੰਗਾਰ ਬਣੇ ਤਾਂ ਹੀ ਲੋਕ ਕਰਦੇ ਕਮਾਈ ਸੋਨੇ ਦੀਆਂ ਗਹਿਣਿਆਂ ਦਾ ਸੋਨੇ ਦੀਆਂ ਗਹਿਣਿਆਂ ਦਾ ਤਨ ਤੇ ਸ਼ਿੰਗਾਰ ਬਣੇ ਤਾਂ ਹੀ ਲੋਕ ਕਰਦੇ ਕਮਾਈ ਸੋਨੇ ਦੀਆਂ ਗਹਿਣਿਆਂ ਦਾ ਤਨ ਤੇ ਸ਼ਿੰਗਾਰ ਬਣੇ ਤਾਂ ਹੀ ਲੋਕ ਕਰਦੇ ਕਮਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਲੋਹੇ ਦੇ ਨੇ ਕੜੇ ਅਤੇ ਚੱਕਰ ਧਮਾਲੀਆਂ ਤੇ ਇਹੋ ਜੇ ਸੂਰਮੇ ਸਜਾਉਣੇ ਲੋਹੇ ਦੇ ਨੇ ਕੜੇ ਅਤੇ ਚੱਕਰ ਧਮਾਲੀਆਂ ਤੇ ਇਹੋ ਜੇ ਸੂਰਮੇ ਸਜਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਪੁੱਤ ਤੇਰੇ ਬਚਨਾਂ ਨੇ ਮਾਂ ਨੂੰ ਨਿਹਾਲ ਕੀਤਾ ਠੰਡ ਮੇਰੇ ਕਾਲਜੇ ਤੂੰ ਆਈ ਪੁੱਤ ਤੇਰੇ ਬਚਨਾਂ ਨੇ ਮਾਂ ਨੂੰ ਨਿਹਾਲ ਕੀਤਾ ਠੰਡ ਮੇਰੇ ਕਾਲਜੇ ਤੂੰ ਆਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਸਰਬ ਲੋਹੇ ਦਾ ਬਾਟਾ ਸਾਰੀਆਂ ਦੀ ਕੋਹੂ ਜਸ ਬਲਬੀਰ ਨੇ ਸੁਣਾਉਣੇ ਸਰਬ ਲੋਹੇ ਦਾ ਬਾਟਾ ਸਾਰੀਆਂ ਦੀ ਕੋਹੂ ਜਸ ਬਲਬੀਰ ਨੇ ਸੁਣਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਵੇ ਲਾਲ ਜੀ ਕੰਗਣੇ ਦੀ ਜੋੜੀ ਕਿਉਂ ਗਵਾਈ ਨੀ ਅੰਮੀਏ ਸੋਨੇ ਦੇ ਕੰਗਣ ਨਹੀਂ ਪਾਉਣੇ ਮੇਰੇ ਬਾਲਾ ਪ੍ਰੀਤਮ ਨੇ ਆਖਿਆ ਮਾਂ ਇਹ ਸੋਨੇ ਦੇ ਕੜੇ ਨਹੀਂ ਪਾਉਣੇ ਮੈਂ ਆਪਣੇ ਸਿੱਖਾਂ ਨੂੰ ਸਰਬ ਲੋਹੇ ਦੇ ਕੜੇ ਪਵਾਵਾਂਗਾ ਜਿਹੜਾ ਹਰ ਗਰੀਬ ਸਿੱਖ ਪਾ ਸਕੇ ਮੇਰੇ ਸਤਿਗੁਰਾਂ ਨੇ ਆਖਿਆ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਮੈਂ ਇਹਨਾਂ ਆਪਣੇ ਗਰੀਬ ਸਿੱਖਾਂ ਨੂੰ ਪਾਤਸ਼ਾਹ ਬਣਾਉਣਾ ਮੈਂ ਇਹਨਾਂ ਨੂੰ ਬਾਦਸ਼ਾਹ ਬਣਾਉਣਾ ਇਹਨਾਂ ਨੂੰ ਰਾਜੇ ਬਣਾਉਣਾ ਮੇਰੇ ਸਤਿਗੁਰ ਨੇ ਆਪ ਤਿਆਗ ਕੀਤਾ ਉਹਨਾਂ ਚੀਜ਼ਾਂ ਦਾ ਸਾਨੂੰ ਤਗੀਦ ਕੀਤਾ ਅੱਜ ਹਰ ਸਿੱਖ ਦੇ ਗੁੱਟ ਉੱਤੇ ਲੋਹੇ ਦਾ ਕੜਾ ਹੈ ਜਿਹੜਾ ਸ਼ੋਭਾ ਪਾਉਂਦਾ ਹੈ ਮੇਰੇ ਸਤਿਗੁਰ ਦੇ ਬਚਪਨ ਦੇ ਚੋਜ ਬੇਅੰਤ ਨੇ ਉਹਨਾਂ ਚੋਜਾਂ ਨੂੰ ਬਿਆਨ ਕਰਦੇ ਚੱਲੀਏ ਤੇ ਬੜਾ ਲੰਮਾ ਸਮਾਂ ਲੱਗਦਾ ਆਓ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਸੰਗਤਾਂ ਦਾ ਧੰਨਵਾਦ ਪ੍ਰਬੰਧਕ ਜਨਾਂ ਦਾ ਧੰਨਵਾਦ ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਕਰਾਇਆ ਹੈ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਾਂ ਗੁਰਦੇਵ ਪਾਤਸ਼ਾਹ ਦੀਆਂ ਬਾਤਾਂ ਪਾ ਸਕੇ ਉਹਨਾਂ ਦੀਆਂ ਬਚਪਨ ਦੀਆਂ ਬਾਤਾਂ ਪਾ ਸਕੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੇ ਸਭ ਦੀ ਹਾਜ਼ਰੀ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰ ਲੈਣ।
ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਪ੍ਰਬੰਧਕਾਂ ਵੱਲੋਂ 5 ਮਿੰਟ ਵਾਸਤੇ ਹੁਕਮ ਹੋਇਆ ਕਿ 5 ਮਿੰਟ ਤੁਸੀਂ ਹੋਰ ਲਾਉਣੇ ਹੈ। ਆਓ ਸਾਧ ਸੰਗਤ ਜੀ, ਸਮਾਂ ਅੱਗੇ ਸਾਡਾ ਇੱਕ ਦੀਵਾਨ ਅਜੇ ਹੋਰ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸ਼ੁਰੂ ਹੋਏ ਨੇ। ਲਾਸਟ ਦੀਵਾਨ ਅਸੀਂ ਇੱਕ ਅਜੇ ਹੋਰ ਕਰਨਾ ਹੈ। ਘੰਟੇ ਦੀ ਹਾਜ਼ਰੀ ਦੀਵਾਨ ਵਿੱਚ ਹੋਰ ਕਿਤੇ ਭਰਨੀ ਹੈ। ਆਓ ਸਾਧ ਸੰਗਤ ਜੀ, ਮੈਂ ਬਿਨਾਂ ਲੈਕਚਰ ਤੋਂ ਹੁਣ ਇੱਕ ਰਚਨਾ ਕਹਾਉਣ ਲੱਗਾ। ਮੇਰੇ ਸਤਿਗੁਰੂ ਕਲਗੀ ਵਾਲੇ ਪ੍ਰੀਤਮ ਪਟਨਾ ਛੱਡ ਕੇ ਤੁਰਨ ਲੱਗੇ ਨੇ। ਪਟਨੇ ਵਾਸੀਆਂ ਨੇ ਫਰਿਆਦਾਂ ਕੀਤੀਆਂ, ਪਟਨੇ ਵਾਸੀਆਂ ਨੇ ਤਰਲੇ ਕੀਤੇ ਕਿ ਬਾਲਾ ਪ੍ਰੀਤਮ ਨਾ ਜਾਣ। ਰਾਣੀ ਮੈਣੀ ਗਸ਼ਾ ਖਾ ਖਾ ਕੇ ਡਿੱਗਦੀ ਹੈ। ਬਾਲ ਗੋਬਿੰਦ ਰਾਜ ਦੇ ਹਾਣੀ ਕਹਿੰਦੇ ਨੇ ਕਿ ਤੇਰੇ ਬਿਨਾਂ ਸਾਡਾ ਕੌਣ ਹੈ। ਫਤਿਹ ਚੰਦ ਮੈਣੀ ਤਰਲੇ ਕਰਦਾ ਹੈ ਕਿ ਬਾਲਾ ਪ੍ਰੀਤਮ ਇੱਥੋਂ ਨਾ ਜਾਣ। ਸ਼ਿਵਦੱਤ ਪੰਡਤ ਕਹਿੰਦਾ ਹੈ ਕਿ ਮੇਰਾ ਜੀਣਾ ਤਰਕਾਰ ਹੈ। ਮੈਂ ਰੋਜ਼ ਦਰਸ਼ਨ ਕਰਕੇ ਰਾਮ ਦੇ ਦਰਸ਼ਨ ਕਰਦਾ ਸਾਂ, ਤੁਹਾਡੇ ਵਿੱਚੋਂ ਕਿੱਥੋਂ ਕਰਾਂਗਾ। ਆਓ ਜੀ, ਪਟਨੇ ਵਾਸੀਆਂ ਦਾ ਹਾਲ। ਮੇਰੇ ਸਤਿਗੁਰੂ ਪਟਨੇ ਦੀ ਧਰਤੀ ਨੂੰ ਛੱਡ ਕੇ ਰਵਾਨਾ ਆਉਣ ਲੱਗੇ ਨੇ। ਛੱਡ ਕੇ ਸੁਣਿਆ ਜਾ ਲੱਗੇ ਤੁਰਨ ਹਜ਼ੂਰ ਛੱਡ ਕੇ ਸਾਨੂੰ ਜਾਇਓ ਨਾ ਸਤਿਗੁਰ ਅੱਖੀਆਂ ਤੋਂ ਦੂਰ ਛੱਡ ਕੇ ਸਾਨੂੰ ਜਾਇਓ ਨਾ ਸਤਿਗੁਰ ਅੱਖੀਆਂ ਤੋਂ ਦੂਰ ਛੱਡ ਕੇ ਸਾਨੂੰ
ਪਟਨਾ ਛੱਡ ਕੇ ਅੱਗੇ ਤੁਰੇ ਨੇ। ਮੇਰੇ ਸਤਿਗੁਰੂ ਇੱਥੋਂ ਬੰਜਲਾ ਮਾਰਦੇ, ਪੜਾਅ ਕਰਦੇ, ਪ੍ਰਚਾਰ ਕਰਦੇ, ਆਪਣੇ ਨਾਨਕੇ ਪਿੰਡ ਆ ਕੇ 2 ਮਹੀਨੇ ਵਾਸਤੇ ਠਹਿਰੇ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ, ਇੰਨੀ ਕਾਜਰੀ ਪ੍ਰਵਾਨ ਰਾਗੀ ਜਥਾ ਗੁਰਦੇਵ ਪਾਤਸ਼ਾਹ ਦੇ ਮੁਬਾਰਕ ਚਰਨਾਂ 'ਚ ਪਹੁੰਚ ਚੁੱਕਾ। ਜੀ ਆਇਆਂ। ਆਓ ਜੀ, ਦੱਸ ਦੇ ਢਾਡੀ ਜਥੇ ਨੂੰ ਬੁਲਾਓ ਫਤਿਹ। ਗਲਤੀਆਂ ਸਾਡੀਆਂ ਸਾਡੀ ਝੋਲੀ 'ਚ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।